ਸਤਨਾਮ ਸ੍ਰੀ ਵਾਹਿਗੁਰੂ ਜੀ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇਹ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਓ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਭਰੀਐ ਹੱਥ ਪੈਰ ਤਨ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਨਿਰਗੁਣ ਤੇ ਸਰਗੁਣ ਥੀਆ, ਨਿਰਗੁਣ ਤੋਂ ਸਰਗੁਣ ਰੂਪ ਧਾਰਨਾ ਕੀਤਾ। ਭੱਟਾਂ ਨੇ ਬਹੁਤ ਸੁੰਦਰ ਲਿਖਿਆ ਹੈ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਭਾਵੇਂ ਨਿਰੰਕਾਰ ਅਜੂਨੀ ਹੈ ਅਤੇ ਅਜਨਮਾ ਵੀ ਹੈ, ਪਰ ਭੱਟਾਂ ਨੇ ਇਹ ਗੱਲ ਆਖ ਦਿੱਤੀ, ਨਿਰੰਕਾਰ ਆਕਾਰ। ਉਸ ਨਿਰੰਕਾਰ ਨੇ ਹੀ ਪਾਵਨ ਗੁਰੂ ਨਾਨਕ ਸਰੂਪ ਧਾਰਨ ਕੀਤਾ ਹੈ, ਜਿਨ੍ਹਾਂ ਨੇ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾਉਣ ਦਾ ਯਤਨ ਕੀਤਾ ਹੈ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਉਹ ਕਿਹੜਾ ਸਾਧਨ ਸੀ, ਕਿਹੜਾ ਵਸੀਲਾ ਸੀ, ਜਿਹਦੇ ਨਾਲ ਭੁੱਲਿਆਂ ਭਟਕਿਆਂ ਨੂੰ ਉਹਨਾਂ ਸਿੱਧੇ ਰਾਹ ਪਾਇਆ। ਭੱਟਾਂ ਨੇ ਬਹੁਤ ਸੁੰਦਰ ਲਿਖਿਆ ਹੈ, ਜਹ ਕਹਿ ਤਹਿ ਭਰਪੂਰ, ਸ਼ਬਦ ਦੀਪਕ ਦੀ ਪਾਇਓ। ਜੇ ਸਿੱਖਿਆ ਹੈ ਸੰਗ ਰਹਿਓ, ਤਤ ਹਰ ਚਰਨ ਮਿਲਾਇਓ। ਸਤਿਗੁਰੂ ਦੇ ਪਾਸ ਉਹ ਗਿਆਨ ਦਾ ਦੀਵਾ ਸੀ, ਸਤਿਗੁਰੂ ਦੇ ਪਾਸ ਉਹ ਸ਼ਬਦ ਦੀ ਛਮਾ ਸੀ, ਸਤਿਗੁਰੂ ਦੇ ਪਾਸ ਗੁਰਬਾਣੀ ਦਾ ਇੱਕ ਐਸਾ ਚਾਨਣ ਸੀ, ਜਿਸ ਨੇ ਲੋਕਾਂ ਨੂੰ ਅਗਵਾਈ ਦਿੱਤੀ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਭਾਵੇਂ ਮਨੁੱਖ ਦੀਆਂ ਅੱਖਾਂ ਸਹੀ ਸਲਾਮਤ ਵੀ ਕਿਉਂ ਨਾ ਹੋਣ, ਔਰ ਉਹ ਵੀ ਚਾਨਣ ਦੇ ਵਿੱਚ ਹੀ ਦੇਖ ਸਕਦੀਆਂ ਹਨ। ਦਿਨ ਵੇਲੇ ਸੂਰਜ ਦੀ ਰੋਸ਼ਨੀ ਹੁੰਦੀ ਹੈ, ਜਿਹਦੇ ਨਾਲ ਸਾਡੀਆਂ ਅੱਖਾਂ ਦੂਰ ਦੂਰ ਤੱਕ ਵੇਖ ਸਕਦੀਆਂ, ਪਰ ਜਦੋਂ ਰਾਤ ਪੈ ਜਾਂਦੀ ਹੈ, ਅੱਖਾਂ ਉਹੀ ਹੁੰਦੀਆਂ ਨੇ, ਪਰ ਸਾਨੂੰ ਦਿਸਣੋਂ ਹਟ ਜਾਂਦਾ ਹੈ। ਇਸੇ ਲਈ ਸਿਆਣੇ ਪੁਰਖਾਂ ਨੇ ਰਾਤ ਨੂੰ ਦੇਖਣ ਦੇ ਲਈ ਵੀ ਰੋਸ਼ਨੀ ਦਾ ਪ੍ਰਬੰਧ ਕੀਤਾ ਹੈ। ਇੱਕ ਬਹੁਤ ਪੁਰਾਣੀ ਲੋਕ ਕਥਾ ਹੈ,
ਜਦੋਂ ਪਹਿਲੇ ਪਹਿਲ ਹਾਲੇ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀ, ਹੌਲੀ ਹੌਲੀ ਛੋਟੇ ਛੋਟੇ ਪਿੰਡ ਤੇ ਬਸਤੀਆਂ ਉਸਨੇ ਬਣਾ ਲਈਆਂ। ਉਸ ਵੇਲੇ ਲੋਕਾਂ ਦਾ ਇਹੋ ਜਿਹਾ ਹੀ ਆਚਾਰ ਤੇ ਵਿਚਾਰ ਹੁੰਦਾ ਸੀ। ਦਿਨ ਵੇਲੇ ਲੋਕੀ ਆਪਣਾ ਕੰਮਕਾਰ ਕਰਦੇ ਤੇ ਰਾਤ ਨੂੰ ਸੌਂ ਜਾਂਦੇ। ਇਸ ਤੋਂ ਵੱਧ ਉਹਨਾਂ ਨੂੰ ਹੋਰ ਕੋਈ ਬਹੁਤਾ ਰੁਝੇਵਾਂ ਨਹੀਂ ਸੀ। ਆਮ ਲੋਕਾਂ ਦਾ ਇਹੀ ਖਿਆਲ ਸੀ ਵੀ ਦਿਨ ਕੰਮ ਕਰਨ ਵਾਸਤੇ ਬਣਿਆ ਹੈ ਤੇ ਰਾਤ ਸੌਣ ਦੇ ਲਈ ਬਣੀ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਸ਼ਲੋਕ ਵਿੱਚ ਵੀ ਇਸ ਖਿਆਲ ਨੂੰ ਇਸ ਤਰ੍ਹਾਂ ਪ੍ਰਗਟਾਇਆ ਹੈ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਪੁਰਾਣੇ ਸਮੇਂ ਦੇ ਵਿੱਚ ਖਿਡਾਵੇ ਤੇ ਖਿਡਾਵੀਆਂ ਰੱਖੀਆਂ ਜਾਂਦੀਆਂ ਸਨ ਬੱਚਿਆਂ ਦੀ ਸੰਭਾਲ ਵਾਸਤੇ। ਦਾਏ ਦਾ ਕੰਮ ਹੁੰਦਾ ਸੀ, ਉਹ ਬੱਚਿਆਂ ਨੂੰ ਬਾਹਰ ਖਿਡਾਉਣ ਵਾਸਤੇ ਲੈ ਜਾਂਦਾ ਔਰ ਉਹਨਾਂ ਦਾ ਦਿਲ ਪਰਚਾਵਾ ਕਰਦਾ। ਜਦੋਂ ਬੱਚੇ ਰਾਤ ਨੂੰ ਘਰ ਆ ਜਾਂਦੇ, ਦਾਈ ਦਾ ਕੰਮ ਹੁੰਦਾ ਸੀ ਉਹ ਉਹਨਾਂ ਨੂੰ ਭੋਜਨ ਛਕਾ ਕੇ ਦੁੱਧ ਪਿਆ ਕੇ ਤੇ ਫਿਰ ਉਹਨਾਂ ਨੂੰ ਸੁਆ ਦਿੰਦੀ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਇਹ ਦਿਨ ਖਿਡਾਵਾ ਹੈ, ਇਹ ਦਿਨ ਦਾਇਆ ਹੈ ਜੋ ਸਾਰੇ ਜੀਵਾਂ ਨੂੰ, ਕਿਉਂਕਿ ਪਰਮੇਸ਼ਰ ਦੇ ਸਾਰੇ ਹੀ ਪੁੱਤਰ ਹਨ, ਇਹ ਉਹਨਾਂ ਨੂੰ ਖਿਡਾਉਂਦਾ ਹੈ। ਅਸੀਂ ਦਿਨ ਵੇਲੇ ਦੇਖਦੇ ਹਾਂ ਮਨੁੱਖ ਆਪੋ ਆਪਣੇ ਕੰਮਾਂ ਦੇ ਵਿੱਚ ਮਸ਼ਰੂਫ ਹੁੰਦੇ ਹਨ ਅਤੇ ਜਿਹੜੀ ਰਾਤ ਹੈ ਉਹ ਦਾਈ ਹੈ। ਜਦੋਂ ਅਸੀਂ ਰਾਤ ਨੂੰ ਆਪਣੇ ਘਰ ਪਹੁੰਚ ਜਾਂਦੇ ਹਾਂ, ਭੋਜਨ ਛਕਦੇ ਹਾਂ ਤੇ ਰਾਤ ਸਾਨੂੰ ਸਵਾਉਣ ਦਾ ਕੰਮ ਕਰਦੀ ਹੈ। ਕੁਦਰਤੀ ਤੌਰ ਤੇ ਭਾਵੇਂ ਮਨੁੱਖ ਨੇ ਹੁਣ ਆਪਣੇ ਰੁਝੇਵੇਂ ਇੰਨੇ ਵਧਾ ਲਏ ਨੇ, ਹੁਣ ਤਾਂ ਰਾਤ ਨੂੰ ਵੀ ਕੰਮ ਕਰੀ ਜਾ ਰਿਹਾ ਹੈ, ਪਰ ਫਿਰ ਵੀ ਜਦੋਂ ਅਸੀਂ ਸੌਣਾ ਹੋਵੇ ਤਾਂ ਉਸ ਵੇਲੇ ਹਨੇਰੇ ਦੀ ਲੋੜ ਤਾਂ ਪੈਂਦੀ ਹੀ ਪੈਂਦੀ ਹੈ। ਜੇ ਅਸੀਂ ਦਿਨੇ ਵੀ ਆਰਾਮ ਕਰਨਾ ਹੋਵੇ, ਲਾਈਟਾਂ ਬੰਦ ਕਰਕੇ, ਰੂਮ ਬੰਦ ਕਰਕੇ, ਦਰਵਾਜ਼ਾ ਬੰਦ ਕਰਕੇ ਹੀ ਅੰਦਰ ਸੌਂਦੇ ਹਾਂ। ਜੇ ਹੋਰ ਨਹੀਂ ਤਾਂ ਮੂੰਹ ਤੇ ਕੱਪੜਾ ਹੀ ਲੈ ਲੈਂਦੇ ਹਾਂ। ਇਸ ਲਈ ਇਹ ਜਿਹੜੀ ਰਾਤ ਦਾਈ ਹੈ ਤੇ ਦਿਨ ਦਾਇਆ ਹੈ। ਸਾਰੇ ਸੰਸਾਰ ਨੂੰ ਇਹ ਬੜੇ ਸੋਹਣੇ ਤਰੀਕੇ ਦੇ ਨਾਲ ਪਾਲਣਾ ਪੋਸ਼ਣਾ ਦਾ ਪ੍ਰਬੰਧ ਕਰਕੇ ਔਰ ਇਹਨਾਂ ਦਾ ਸੋਹਣਾ ਜੀਵਨ ਦਾ ਪੰਥ ਤੈਅ ਕਰਵਾ ਰਹੇ ਹਨ। ਗੱਲ ਚੱਲ ਰਹੀ ਸੀ, ਉਸ ਸਮੇਂ ਲੋਕ ਦਿਨ ਵੇਲੇ ਕੰਮ ਕਰਦੇ ਸਨ ਤੇ ਰਾਤ ਨੂੰ ਆ ਕੇ ਸੌਂ ਜਾਂਦੇ ਸਨ। ਲੋਕਾਂ ਨੂੰ ਇਸ ਗੱਲ ਦਾ ਫਿਕਰ ਹੁੰਦਾ ਸੀ, ਕੋਈ ਵੀ ਕੰਮ ਕਰਨਾ ਦਿਨੇ ਦਿਨੇ ਕਰ ਲੈਣਾ ਚਾਹੀਦਾ, ਕਿਉਂਕਿ ਰੋਸ਼ਨੀ ਨਹੀਂ ਸੀ। ਰਾਤ ਦੇ ਸਮੇਂ ਕੰਮ ਕਰਨਾ ਬੜਾ ਔਖਾ ਸੀ। ਔਰ ਕਹਿੰਦੇ ਨੇ ਕੁਝ ਪਿੰਡਾਂ ਦੇ ਵਿੱਚ ਲੋਕ ਸਿਆਣੇ ਵੀ ਹੁੰਦੇ ਗਏ ਔਰ ਉਹਨਾਂ ਨੇ ਸੋਚਿਆ ਬਈ ਕਈ ਵਾਰੀ ਦਿਨ ਵੇਲੇ ਕੋਈ ਨਾ ਕੋਈ ਕੰਮ ਅਧੂਰਾ ਰਹਿ ਜਾਂਦਾ ਹੈ ਤੇ ਕਰਦਿਆਂ ਕਰਦਿਆਂ ਰਾਤ ਪੈ ਜਾਂਦੀ ਹੈ ਤੇ ਰਾਤ ਦੇ ਹਨੇਰੇ ਵਿੱਚ ਕੰਮ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ ਰਾਤ ਨੂੰ ਵੀ ਕੋਈ ਨਾ ਕੋਈ ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਆ ਜਿਹੜੀਆਂ ਲਾਈਟਾਂ ਨੇ, ਬਿਜਲੀ ਹੈ, ਇਹ ਇਸੇ ਦੀ ਹੀ ਕਾਢ ਹੈ ਵੀ ਰਾਤ ਦੇ ਸਮੇਂ ਵੀ ਅਸੀਂ ਕੰਮ ਕਰਦੇ ਰਹੀਏ। ਇਸ ਖਿਆਲ ਦੇ ਨਾਲ ਮਨੁੱਖ ਨੇ ਰੋਸ਼ਨੀ ਦਾ ਪ੍ਰਬੰਧ ਕੀਤਾ ਹੈ। ਪਹਿਲੇ ਪਹਿਲ ਮਨੁੱਖ ਨੇ ਜਦੋਂ ਘਰ ਦੇ ਵਿੱਚ ਰੋਸ਼ਨੀ ਪੈਦਾ ਕੀਤੀ, ਉਸ ਵੇਲੇ ਇਹੀ ਤਰੀਕਾ ਸੀ ਕਿ ਇਸ ਮਨੁੱਖ ਨੇ ਥੋੜ੍ਹੀ ਜਿਹੀ ਮਿੱਟੀ ਲਈ, ਉਸ ਦਾ ਇੱਕ ਦੀਵਾ ਬਣਾਇਆ, ਦੀਵੇ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਰੂੰ ਦੀ ਬੱਤੀ ਵੱਟ ਕੇ ਪਾਈ ਤੇ ਉਸ ਦੀਵੇ ਨੂੰ ਅੱਗ ਦੇ ਨਾਲ ਜਗਾਇਆ ਤੇ ਇਸ ਢੰਗ ਦੇ ਨਾਲ ਮਨੁੱਖ ਨੇ ਆਪਣੇ ਹਨੇਰੇ ਨੂੰ ਦੂਰ ਕਰਨ ਦਾ ਯਤਨ ਕੀਤਾ। ਉਸ ਤੋਂ ਬਾਅਦ ਲੈਂਪ, ਲਾਲਟਨਾਂ ਤੇ ਆ ਬਿਜਲੀ ਦੇ ਸਾਰੇ ਸਾਜ਼ੋ ਸਾਮਾਨ ਤਿਆਰ ਹੁੰਦੇ ਗਏ। ਪਹਿਲਾਂ ਦੀਵੇ ਨੇ ਹੀ ਹਨੇਰੇ ਨੂੰ ਦੂਰ ਕੀਤਾ ਸੀ। ਇਸੇ ਲਈ
ਭੱਟਾ ਨੇ ਲਿਖਿਆ ਹੈ, ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਬਦ ਦਾ ਦੀਵਾ, ਗਿਆਨ ਦਾ ਦੀਵਾ, ਗੁਰਬਾਣੀ ਦਾ ਚਾਨਣ ਦੁਨੀਆ ਨੂੰ ਬਖਸ਼ਿਸ਼ ਕੀਤਾ। ਜਿਵੇਂ ਬਾਹਰਲੇ ਹਨੇਰੇ ਨੂੰ ਦੀਵੇ ਨੇ ਹੀ ਦੂਰ ਕੀਤਾ, ਔਰ ਇਸੇ ਤਰ੍ਹਾਂ ਸਤਿਗੁਰੂ ਦੇ ਸ਼ਬਦ ਨੇ, ਸਤਿਗੁਰੂ ਦੀ ਬਾਣੀ ਨੇ ਸਾਡੇ ਅੰਦਰਲੇ ਹਨੇਰੇ ਨੂੰ ਦੂਰ ਕੀਤਾ ਹੈ। ਆਪ ਸੰਗਤਾਂ ਉਹ ਇੱਕ ਪੁਰਾਣੀ ਲੋਕ ਕਥਾ ਸੁਣ ਰਹੇ ਸੀ। ਲੋਕ ਛੋਟੇ ਛੋਟੇ ਪਿੰਡਾਂ ਵਿੱਚ, ਬਸਤੀਆਂ ਵਿੱਚ ਉਸ ਵੇਲੇ ਰਹਿਣ ਦੇ ਆਦੀ ਸਨ। ਇੱਕ ਪਿੰਡ ਦੇ ਅੰਦਰ ਐਸਾ ਹੀ ਰਿਵਾਜ ਸੀ, ਉਹ ਦਿਨ ਵੇਲੇ ਕੰਮ ਕਰਦੇ, ਰਾਤ ਨੂੰ ਸੌਂ ਜਾਂਦੇ। ਉਸ ਪਿੰਡ ਦੇ ਵਿੱਚ ਕੋਈ ਹੋਰ ਵਿਕਸਿਤ ਕਿਸੇ ਪਿੰਡ ਦੀ, ਕਿਸੇ ਨਗਰ ਦੀ ਬੀਬੀ ਵਿਆਹੀ ਗਈ। ਉਹ ਬੀਬੀ ਜਦੋਂ ਆਪਣੇ ਸਹੁਰੇ ਘਰ ਆਈ, ਉਸ ਦਾ ਬੜਾ ਸਤਿਕਾਰ ਹੋਇਆ। ਔਰ ਕਹਿੰਦੇ ਨੇ ਉਸ ਬੀਬੀ ਨੇ ਕੀ ਵੇਖਿਆ, ਜਦੋਂ ਰਾਤ ਪੈਣ ਵਾਲੀ ਸੀ, ਜਿੰਨਾ ਵੀ ਪਰਿਵਾਰ ਸੀ ਉਹਨਾਂ ਸਾਰਿਆਂ ਨੇ ਲੱਕ ਬੰਨ੍ਹ ਲਏ, ਕਮਰ ਕੱਸੇ ਕਰ ਲਏ, ਔਰ ਉਹਨਾਂ ਨੇ ਉਸ ਦੇ ਨਾਲ ਨਾਲ ਕੁਛ ਭਾਂਡੇ ਵੀ ਤਿਆਰ ਕਰ ਲਏ। ਬੀਬੀ ਹੈਰਾਨ ਹੋਈ, ਪੁੱਛਣ ਲੱਗੀ, ਤੁਸੀਂ ਇਹ ਕੀ ਕਰ ਰਹੇ ਹੋ? ਉਹ ਕਹਿਣ ਲੱਗੇ, ਤੈਨੂੰ ਨਹੀਂ ਪਤਾ, ਤੂੰ ਹਾਲੇ ਨਵੀਂ ਆਈ ਹੈ। ਸਾਡੇ ਪਿੰਡ ਦਾ ਇਹ ਇੱਕ ਰਿਵਾਜ ਹੈ, ਹੁਣ ਜਦੋਂ ਰਾਤ ਪੈਂਦੀ ਹੈ ਸਾਡੇ ਘਰਾਂ ਦੇ ਵਿੱਚ ਹਨੇਰਾ ਆ ਜਾਂਦਾ ਤੇ ਅਸੀਂ ਹੁਣ ਟੋਕਰੀਆਂ ਭਰ ਭਰ ਕੇ ਉਸ ਹਨੇਰੇ ਨੂੰ ਬਾਹਰ ਢੋਨੇ ਹਾਂ। ਸਾਰੀ ਰਾਤ ਸਾਨੂੰ ਲੱਗ ਜਾਂਦੀ ਹੈ, ਉਸ ਤੋਂ ਬਾਅਦ ਫਿਰ ਦਿਨ ਵੇਲੇ ਜਾ ਕੇ ਕਿਧਰੇ ਸਾਨੂੰ ਰੋਸ਼ਨੀ ਨਸੀਬ ਹੁੰਦੀ ਹੈ। ਉਹ ਬੀਬੀ ਇਹਨਾਂ ਦੀ ਅਗਿਆਨਤਾ ਤੇ ਹੱਸੀ, ਕਹਿਣ ਲੱਗੀ, ਅੱਛਾ ਅੱਜ ਤੁਸੀਂ ਸਾਰੇ ਆਰਾਮ ਕਰੋ, ਮੈਂ ਇਕੱਲੀ ਹੀ ਤੁਹਾਡੇ ਘਰ ਦਾ ਹਨੇਰਾ ਦੂਰ ਕਰਾਂਗੀ। ਲੋਕ ਬੜੇ ਹੈਰਾਨ ਹੋਏ, ਬਈ ਅਸੀਂ ਸਾਰਾ ਪਿੰਡ ਸਾਰੇ ਰਲ ਕੇ ਸਾਰੀ ਰਾਤ ਹਨੇਰਾ ਢੋਈ ਜਾਂਦੇ ਹਾਂ, ਸਾਥੋਂ ਹਨੇਰਾ ਦੂਰ ਨਹੀਂ ਹੁੰਦਾ, ਪਰ ਇਹ ਕਹਿੰਦੀ ਮੈਂ ਇਕੱਲੀ ਹੀ ਹਨੇਰਾ ਦੂਰ ਕਰ ਦੇਵਾਂਗੀ। ਚਲੋ ਬਜ਼ੁਰਗ ਕਹਿਣ ਲੱਗੇ, ਅੱਜ ਇਸ ਬੀਬੀ ਦੀ ਹੀ ਗੱਲ ਮੰਨ ਲੈਣੀ ਚਾਹੀਦੀ ਹੈ। ਜਦੋਂ ਉਹ ਸਾਰੇ ਇੱਕ ਥਾਂ ਤੇ ਬੈਠ ਗਏ ਤੇ ਬੀਬੀ ਨੂੰ ਕਹਿ ਦਿੱਤਾ, ਬੀਬੀ ਹੁਣ ਅਸੀਂ ਤੇਰੀ ਕਰਾਮਾਤ ਹੀ ਵੇਖਣੀ ਚਾਹੁੰਦੇ ਹਾਂ। ਉਹ ਕਹਿੰਦੀ, ਫਿਕਰ ਨਾ ਕਰੋ। ਉਸ ਬੀਬੀ ਨੇ ਮਿੱਟੀ ਗਿੱਲੀ ਕਰਕੇ ਇੱਕ ਦੀਵਾ ਬਣਾਇਆ। ਦੀਵਾ ਬਣਾਉਣ ਤੋਂ ਬਾਅਦ ਉਹਦੇ ਵਿੱਚ ਤੇਲ ਪਾਇਆ। ਸਰੋਂ ਦਾ ਤੇਲ ਅਕਸਰ ਪਹਿਲਾਂ ਤੋਂ ਹੀ ਘਰਾਂ ਦੇ ਵਿੱਚ ਹੁੰਦਾ ਸੀ। ਉਸਨੇ ਰੂੰ ਦੀ ਬੱਤੀ ਵੱਟ ਕੇ ਉਸ ਦੇ ਵਿੱਚ ਪਾਈ ਤੇ ਫਿਰ ਉਸ ਵੇਲੇ ਲੋਕ ਘਰਾਂ ਦੇ ਵਿੱਚ ਪਹਿਲਾਂ ਹੀ ਅੱਗ ਰੱਖਦੇ ਸਨ ਤੇ ਉਹਨੇ ਅੱਗ ਲੈ ਕੇ ਦੀਵਾ ਜਗਾਇਆ ਤੇ ਜਦੋਂ ਦੀਵਾ ਜਗਿਆ ਤੇ ਉਸੇ ਵੇਲੇ ਘਰ ਦੇ ਵਿੱਚ ਰੋਸ਼ਨੀ ਹੋ ਗਈ, ਹਨੇਰਾ ਦੂਰ ਨਿਕਲ ਗਿਆ। ਸਾਰੇ ਲੋਕ ਬੜੇ ਹੈਰਾਨ ਹੋਏ। ਜਦੋਂ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਬਈ ਸਾਡੇ ਘਰ ਦੇ ਵਿੱਚ ਇੱਕ ਬੜੀ ਸਿਆਣੀ ਬੀਬੀ ਆਈ ਹੈ, ਉਸਨੇ ਤੇ ਸਾਡੇ ਪਿੰਡ ਦਾ ਹਨੇਰਾ ਹੀ ਦੂਰ ਕਰ ਦਿੱਤਾ ਹੈ, ਲੋਕਾਂ ਨੇ ਬੜਾ ਉਸ ਦਾ ਸਵਾਗਤ ਕੀਤਾ ਵੀ ਇਹ ਤੇ ਕੋਈ ਦੇਵੀ ਹੈ। ਇਸੇ ਤਰ੍ਹਾਂ ਮਨੁੱਖ ਨੇ ਅੱਗੇ ਤੋਂ ਅੱਗੇ ਵਿਕਾਸ ਕੀਤਾ। ਫਿਰ ਲਾਲਟਨਾਂ, ਲੈਂਪ ਤਿਆਰ ਹੋ ਗਏ ਤੇ ਹੁਣ ਬਿਜਲੀ ਦੀ ਕਾਢ ਕੱਢੀ ਗਈ ਹੈ ਤੇ ਹੁਣ ਜਦੋਂ ਮਰਜ਼ੀ ਸੁੱਚ ਔਨ ਕਰੋ ਉਸੇ ਵੇਲੇ ਚਾਨਣ ਹੋ ਜਾਂਦਾ ਹੈ। ਕਿਉਂਕਿ ਮਨੁੱਖ ਨੂੰ ਪਤਾ ਸੀ ਰੋਸ਼ਨੀ ਤੋਂ ਬਿਨਾਂ ਰਾਤ ਨੂੰ ਕੰਮ ਕਰਨਾ ਬਹੁਤ ਔਖਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਬਈ ਚਲੋ ਇਹ ਜਿਹੜੇ ਕੁਦਰਤ ਨੇ ਸਾਧਨ ਬਣਾਏ ਨੇ, ਸੂਰਜ ਤੇ ਚੰਦਰਮਾ, ਇਹ ਕੁਝ ਨਾ ਕੁਝ ਦਿਨ ਵੇਲੇ ਤੇ ਬਾਹਰਲਾ ਹਨੇਰਾ ਦੂਰ ਕਰਦੇ ਹੀ ਹਨ ਤੇ ਮਨੁੱਖ ਨੇ ਕੁਝ ਐਸੇ ਸਾਧਨ ਵਿਕਸਿਤ ਕਰ ਲਏ ਨੇ ਜੋ ਰਾਤ ਦੇ ਸਮੇਂ ਵੀ ਹਨੇਰੇ ਨੂੰ ਦੂਰ ਕਰ ਦਿੰਦੇ ਹਨ। ਪਰ ਅਕਸਰ ਮਨੁੱਖੀ ਮਨਾਂ ਦੇ ਅੰਦਰ ਤਾਂ ਹਨੇਰਾ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ, ਇਹਨੂੰ ਕਿਵੇਂ ਦੂਰ ਕੀਤਾ ਜਾਵੇ। ਸਤਿਗੁਰੂ ਨੇ ਵਿਚਾਰ ਕੀਤੀ, ਇਹ ਹਨੇਰਾ
ਸ਼ਬਦ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ, ਗਿਆਨ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਬਚਨ ਆਏ ਹਨ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜੇ ਸੋ ਚੰਦਾ ਉਗਵੈ, ਜੇ ਸੈਂਕੜੇ ਹੀ ਚੰਦਰਮਾ ਚੜ੍ਹ ਜਾਣ, ਹਜ਼ਾਰਾਂ ਹੀ ਸੂਰਜ ਇਕੱਠੇ ਚੜ੍ਹ ਜਾਣ, ਪਰ ਹਜ਼ੂਰ ਕਹਿੰਦੇ ਜੋ ਸਾਡੇ ਮਨੁੱਖੀ ਮਨਾਂ ਦੇ ਅੰਦਰ ਹਨੇਰਾ ਭਰਿਆ ਹੋਇਆ ਹੈ ਉਹ ਕਦੇ ਦੂਰ ਨਹੀਂ ਹੋ ਸਕਦਾ। ਹਜ਼ਾਰਾਂ ਸੂਰਜ ਵੀ ਜਿਸ ਹਨੇਰੇ ਨੂੰ ਦੂਰ ਨਹੀਂ ਕਰ ਸਕਦੇ। ਹੁਣ ਤੁਸੀਂ ਸੋਚੋ, ਉਸ ਹਨੇਰੇ ਨੂੰ ਦੂਰ ਕਰਨ ਦੇ ਲਈ ਸਤਿਗੁਰੂ ਨੇ ਸਾਡੇ ਤੇ ਕਿੱਡਾ ਵੱਡਾ ਪਰਉਪਕਾਰ ਕੀਤਾ ਹੈ। ਐਸਾ ਇੱਕ ਸ਼ਬਦ ਦਾ ਦੀਵਾ ਜਗਾ ਦਿੱਤਾ, ਜਿਸ ਮਨੁੱਖੀ ਮਨ ਦੇ ਵਿੱਚ ਗੁਰਬਾਣੀ ਦਾ ਚਾਨਣ ਚਲਿਆ ਜਾਂਦਾ ਹੈ, ਸ਼ਬਦ ਦਾ ਦੀਵਾ ਪ੍ਰਕਾਸ਼ਮਾਨ ਹੋ ਜਾਂਦਾ ਹੈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ ਤੇ ਫਿਰ ਅੰਦਰੋਂ ਹੀ ਸਾਨੂੰ ਬੜਾ ਕੀਮਤੀ ਖਜ਼ਾਨਾ ਲੱਭ ਜਾਂਦਾ ਹੈ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਉਹਨਾਂ ਨੇ ਸ਼ਬਦ ਦਾ ਦੀਵਾ ਜਗਾ ਕੇ ਸਾਡੇ ਅੰਦਰਲੇ ਹਨੇਰੇ ਨੂੰ ਦੂਰ ਕੀਤਾ ਹੈ। ਅੱਗੇ ਚੱਲ ਕੇ ਭੱਟਾ ਨੇ ਲਿਖਿਆ ਹੈ, ਜੇ ਸਿੱਖਿਆ ਸੰਗ ਰਹਿਓ ਤਤ ਹਰ ਚਰਨ ਮਿਲਾਇਓ। ਜਿਨ੍ਹਾਂ ਗੁਰਸਿੱਖਾਂ ਨੇ ਉਹ ਸ਼ਬਦ ਦੇ ਦੀਵੇ ਦੇ ਤੱਤ ਨੂੰ ਗ੍ਰਹਿਣ ਕਰ ਲਿਆ ਔਰ ਉਹਨਾਂ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਮਿਲਾ ਦਿੱਤਾ। ਇਹ ਇੱਕ ਸ਼ਬਦ ਦਾ ਦੀਵਾ ਸੀ ਜਿਸ ਨੇ ਅੱਗੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਹੈ। ਸ਼ਬਦ ਦੇ ਦੀਵੇ ਨੇ ਮੋਹ ਮਾਇਆ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਤੇ ਗੁਰਬਾਣੀ ਦੇ ਤੱਤ ਨੂੰ ਸਾਡੇ ਅੰਦਰ ਵਸਾ ਦਿੱਤਾ ਤੇ ਫਿਰ ਉਸ ਗੁਰਬਾਣੀ ਦੇ ਤੱਤ ਨੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਸਾਡੇ ਮਨ ਨੂੰ ਜੋੜਨ ਵਿੱਚ ਸਹਾਇਤਾ ਕੀਤੀ। ਇਸ ਢੰਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਪਰਉਪਕਾਰ ਕੀਤਾ ਹੈ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਰਾਏ ਭੋਏ ਕੀ ਤਲਵੰਡੀ ਦਾ ਚੌਧਰੀ ਰਾਏ ਬੁਲਾਰ ਸੀ। ਉਸ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਵੀ ਤੁਹਾਡਾ ਸਿੱਖ ਹਾਂ, ਮੈਂ ਵੀ ਤੁਹਾਡਾ ਮੁਰੀਦ ਹਾਂ, ਕਿਰਪਾ ਕਰੋ, ਮੇਰਾ ਵੀ ਪਾਰੋ ਉਤਾਰਾ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਏ ਬੁਲਾਰ ਨੂੰ ਕਹਿਣ ਲੱਗੇ ਕਿ ਰਾਏ ਬੁਲਾਰ ਜੀ, ਤੁਹਾਡੇ ਤੇ ਪਹਿਲਾਂ ਹੀ ਉਸ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ। ਤੁਹਾਡੇ ਮਨ ਦੇ ਵਿੱਚ ਗੁਰੂ ਦਾ ਪਿਆਰ ਹੈ, ਤੁਹਾਡੇ ਮਨ ਦੇ ਵਿੱਚ ਸੇਵਾ ਦਾ ਸ਼ੌਕ ਹੈ, ਤੁਸੀਂ ਰੱਬ ਦੀ ਬੰਦਗੀ ਵੀ ਕਰਦੇ ਹੋ, ਤੁਹਾਡੇ ਤੇ ਪਹਿਲਾਂ ਹੀ ਵਾਹਿਗੁਰੂ ਦੀ ਕਿਰਪਾ ਹੈ। ਪਰ ਰਾਏ ਬੁਲਾਰ ਨੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਆਪਣੇ ਧੰਨ ਭਾਗ ਸਮਝਦਾ ਹਾਂ ਕਿ ਮੇਰੇ ਇਸ ਨਗਰ ਰਾਏ ਭੋਏ ਕੀ ਤਲਵੰਡੀ ਵਿੱਚ ਤੁਸਾਂ ਅਵਤਾਰ ਧਾਰਨ ਕੀਤਾ ਹੈ। ਮੇਰੇ ਲਈ ਤੇ ਸੂਰਜ ਚੜ੍ਹ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਸੂਰਜ ਵਾਂਗ ਹੋਇਆ। ਸੂਰਜ ਤਾਂ ਬਾਹਰਲੇ ਹਨੇਰੇ ਨੂੰ ਹੀ ਦੂਰ ਕਰਦਾ ਹੈ ਨਾ, ਪਰ ਸਤਿਗੁਰੂ ਨੇ ਅੰਦਰਲੇ ਹਨੇਰੇ ਨੂੰ ਵੀ ਦੂਰ ਕੀਤਾ ਹੈ। ਰਾਏ ਬੁਲਾਰ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ, ਕਿਰਪਾ ਕਰੋ, ਮੈਨੂੰ ਵੀ ਗਿਆਨ ਬਖਸ਼ੋ, ਮੈਨੂੰ ਵੀ ਉਪਦੇਸ਼ ਦਿਓ, ਮੇਰੇ ਅੰਦਰ ਵੀ ਸ਼ਬਦ ਦਾ ਦੀਵਾ ਜਗ ਪਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਏ ਬੁਲਾਰ ਜੀ, ਪਹਿਲਾਂ ਤੁਸੀਂ ਇਹ ਦੱਸੋ, ਤੁਹਾਨੂੰ ਆਪਣੇ ਅੰਦਰਲੇ ਹਨੇਰੇ ਦੇ ਬਾਰੇ ਕੁਝ ਪਤਾ ਲੱਗਿਆ ਹੈ? ਕਿਉਂਕਿ ਜਿੰਨਾ ਚਿਰ ਤੱਕ ਮਨੁੱਖ ਨੂੰ ਹਨੇਰੇ ਬਾਰੇ ਨਹੀਂ ਪਤਾ ਲੱਗਦਾ, ਉਹਨਾਂ ਚਿਰ ਉਹ ਰੋਸ਼ਨੀ ਦਾ ਚਾਨਣ ਲੈਣ ਲਈ ਯਤਨ ਹੀ ਨਹੀਂ ਕਰ ਸਕਦਾ। ਇਸੇ ਲਈ ਸਿਆਣੇ ਪੁਰਖਾਂ ਨੇ ਇਹ ਗੱਲ ਆਖੀ ਹੈ, ਪਹਿਲਾਂ ਮਨੁੱਖ ਨੂੰ ਆਪਣੇ ਹਨੇਰੇ ਦਾ ਪਤਾ ਹੋਣਾ ਚਾਹੀਦਾ।
ਆਪਣੇ ਔਗਣਾਂ ਦਾ, ਆਪਣੇ ਪਾਪਾਂ ਦਾ, ਆਪਣੀਆਂ ਬੁਰਾਈਆਂ ਦਾ ਪਤਾ ਹੋਣਾ ਚਾਹੀਦਾ ਮੇਰੇ ਅੰਦਰ ਕੀ ਹੈ। ਉਸ ਤੋਂ ਅੱਗੇ ਹੀ ਫਿਰ ਰੋਸ਼ਨੀ ਲਈ ਕੋਈ ਯਤਨ ਹੋ ਸਕਦਾ ਹੈ। ਜਿਸ ਮਨੁੱਖ ਨੂੰ ਆਪਣੇ ਹਨੇਰੇ ਦਾ ਹੀ ਪਤਾ ਨਹੀਂ, ਉਹ ਕਦੇ ਰੋਸ਼ਨੀ ਵੱਲ ਨਹੀਂ ਜਾ ਸਕਦਾ। ਇਸੇ ਲਈ ਹੁਣ ਰਾਏ ਬੁਲਾਰ ਤੇ ਸੰਗਤ ਕਰਦਿਆਂ ਐਸੀ ਬਖਸ਼ਿਸ਼ ਹੋ ਗਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਵੀ ਉਪਦੇਸ਼ ਦਿਓ, ਮੇਰਾ ਵੀ ਅਗਿਆਨ ਦਾ ਹਨੇਰਾ ਦੂਰ ਹੋਵੇ, ਐਸਾ ਗਿਆਨ ਦਾ ਦੀਵਾ ਬਾਲ ਦਿਓ। ਸਤਿਗੁਰੂ ਕਹਿਣ ਲੱਗੇ, ਰਾਏ ਬੁਲਾਰ, ਅੱਛਾ ਤੂੰ ਇਹ ਦੱਸ, ਤੂੰ ਅਗਿਆਨ ਨੂੰ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਹੈ? ਤਾਂ ਉਸ ਵੇਲੇ ਰਾਏ ਬੁਲਾਰ ਨੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਇਹ ਗੱਲ ਵਿਦਵਾਨਾਂ ਤੋਂ, ਹੋਰ ਮਹਾਂਪੁਰਖਾਂ ਤੋਂ ਸੁਣੀ ਹੈ ਕਿ ਜਿਹੜਾ ਅਗਿਆਨ ਦਾ ਹਨੇਰਾ ਹੈ ਉਹ ਵੀ ਇੱਕ ਹਨੇਰੇ ਵਰਗੀ ਕੋਈ ਵਸਤੂ ਹੈ, ਉਹ ਵੀ ਇੱਕ ਅੰਧਕਾਰ ਹੈ। ਪਰ ਰਾਏ ਬੁਲਾਰ ਕਹਿਣ ਲੱਗਾ, ਹੁਣ ਮੈਂ ਜਦੋਂ ਅਗਿਆਨ ਦੇ ਹਨੇਰੇ ਨੂੰ ਮਹਿਸੂਸ ਕੀਤਾ ਹੈ, ਉਹ ਤੇ ਬਾਹਰਲੇ ਹਨੇਰੇ ਨਾਲੋਂ ਵੀ ਕਿਤੇ ਵੱਧ ਖਤਰਨਾਕ ਹੈ। ਸਤਿਗੁਰੂ ਕਹਿਣ ਲੱਗੇ, ਉਹ ਕਿਵੇਂ? ਰਾਏ ਬੁਲਾਰ ਨੇ ਹੱਥ ਜੋੜੇ ਬੇਨਤੀ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ, ਮਨੁੱਖ ਨੇ ਬਾਹਰਲੇ ਹਨੇਰੇ ਤੋਂ ਛੁਟਕਾਰਾ ਪਾਉਣ ਦੇ ਲਈ ਕਈ ਤਜਵੀਜ਼ਾਂ ਕੱਢ ਲਈਆਂ ਨੇ, ਔਰ ਮਨੁੱਖ ਨੇ ਕਿਸੇ ਹੱਦ ਤੱਕ ਬਾਹਰਲੇ ਹਨੇਰੇ ਤੋਂ ਕਿਸੇ ਹੱਦ ਤੱਕ ਰਾਹਤ ਹਾਸਲ ਕਰ ਲਈ ਹੈ। ਚਲੋ ਜੇ ਕਿਧਰੇ ਨਹੀਂ ਵੀ ਕਿਸੇ ਪਾਸੇ ਰੋਸ਼ਨੀ ਦੀ ਕਿਰਨ ਦਿਖਾਈ ਦਿੰਦੀ, ਕੋਈ ਮਨੁੱਖ ਹਨੇਰੇ ਵਿੱਚ ਬੈਠਾ ਹੈ, ਕਮ ਸੇ ਕਮ ਉਸ ਨੂੰ ਇਸ ਗੱਲ ਦਾ ਤੇ ਪਤਾ ਹੀ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੇ ਬੈਠਾ ਹਾਂ। ਮਨੁੱਖ ਚਾਹੇ ਘਰ ਵਿੱਚ ਬੈਠਾ ਹੋਵੇ, ਚਾਹੇ ਬਾਹਰ ਕਿਸੇ ਥਾਂ ਤੇ ਬੈਠਾ ਹੋਵੇ, ਰਾਤ ਦੇ ਸਮੇਂ ਹਨੇਰੇ ਵਿੱਚ ਇਹ ਤੇ ਪਤਾ ਲੱਗ ਹੀ ਜਾਂਦਾ ਹੈ ਨਾ, ਮੈਂ ਕੌਣ ਹਾਂ, ਮੈਂ ਕਿੱਥੇ ਬੈਠਾ ਹਾਂ। ਪਰ ਰਾਏ ਬੁਲਾਰ ਕਹਿਣ ਲੱਗਾ, ਸੱਚੇ ਪਾਤਸ਼ਾਹ, ਅਗਿਆਨ ਦੇ ਹਨੇਰੇ ਵਿੱਚ ਮਨੁੱਖ ਨੂੰ ਇਹ ਵੀ ਨਹੀਂ ਪਤਾ ਚੱਲਦਾ ਕਿ ਮੈਂ ਕੌਣ ਹਾਂ ਤੇ ਮੈਂ ਕਿੱਥੇ ਬੈਠਾ ਹਾਂ। ਸੱਚਮੁੱਚ ਇਹ ਅਗਿਆਨ ਦਾ ਹਨੇਰਾ ਇੰਨਾ ਖਤਰਨਾਕ ਹੈ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਅਸੀਂ ਕਿਸ ਮਨੋਰਥ ਨੂੰ ਲੈ ਕੇ ਸੰਸਾਰ ਦੇ ਵਿੱਚ ਆਏ ਹਾਂ, ਅਸਾਂ ਇੱਥੇ ਆ ਕੇ ਕਰਨਾ ਕੀ ਹੈ, ਅਸੀਂ ਅੱਗੇ ਕਿੱਥੇ ਜਾਣਾ ਹੈ, ਕਿਸੇ ਨੂੰ ਪਤਾ ਹੈ? ਇਹੀ ਤੇ ਅਗਿਆਨ ਦੇ ਹਨੇਰੇ ਦਾ ਸਾਰਾ ਕਾਰਨਾਮਾ ਹੈ, ਜਿਸ ਨੇ ਸਾਨੂੰ ਸਭ ਕੁਝ ਹੀ ਭੁਲਾਇਆ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ, ਰਾਏ ਬੁਲਾਰ ਨੂੰ ਉਪਦੇਸ਼ ਦਿੱਤਾ। ਕਹਿਣ ਲੱਗੇ, ਰਾਏ ਬੁਲਾਰ, ਤੂੰ ਇਹ ਦੱਸ, ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈ? ਤਾਂ ਉਸਨੇ ਆਖਿਆ, ਸੱਚੇ ਪਾਤਸ਼ਾਹ, ਮੈਂ ਆਪਣੇ ਆਪ ਨੂੰ ਪੰਜ ਭੌਤਿਕ ਸਰੀਰ ਮੰਨਦਾ ਹਾਂ। ਕਿਉਂਕਿ ਜਦੋਂ ਕੋਈ ਸਾਨੂੰ ਪੁੱਛੇ ਵੀ ਤੂੰ ਕੌਣ ਹੈ, ਤਾਂ ਸਾਡਾ ਖਿਆਲ ਆਪਣੇ ਸਰੀਰ ਵੱਲ ਹੀ ਜਾਂਦਾ ਹੈ। ਅਸੀਂ ਕਹਿੰਦੇ ਮੈਂ ਇੱਕ ਮਨੁੱਖ ਹਾਂ, ਮੈਂ ਇੱਕ ਇਨਸਾਨ ਹਾਂ, ਮੈਂ ਆਦਮੀ ਹਾਂ। ਜੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੇ ਫਿਰ ਅਸੀਂ ਗਾਂ ਆਪਣਾ ਨਾਮ ਦੱਸਦੇ ਹਾਂ, ਐਡਰੈਸ ਦੱਸਦੇ ਹਾਂ, ਆਪਣੇ ਪਿਤਾ ਦਾ ਨਾਮ ਦੱਸ ਦਿੰਦੇ ਹਾਂ। ਇਹੀ ਕੁਝ ਸਾਡੇ ਕੋਲ ਹੈ ਨਾ ਆਪਣੀ ਜਾਣ ਪਛਾਣ ਦੇ ਲਈ। ਆਪਣਾ ਨਾਮ ਦੱਸ ਦਿਓ, ਆਪਣੇ ਪਿਤਾ ਦਾ ਨਾਮ ਦੱਸ ਦਿਓ, ਆਪਣਾ ਪਿੰਡ ਦੱਸ ਦਿਓ, ਆਪਣਾ ਐਡਰੈਸ ਦੇ ਦਿਓ। ਅਸੀਂ ਇਸੇ ਹੀ ਸੋਚ ਤੇ ਹਮੇਸ਼ਾ ਲਈ ਖੜੇ ਹੋਏ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਏ ਬੁਲਾਰ, ਇਹ ਜਿਹੜਾ ਸਰੀਰ ਹੈ ਇਹ ਤੇ ਜੜ ਹੈ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਤੂੰ ਸਰੀਰ ਨਹੀਂ ਹੈ, ਇਸ ਗੱਲ ਦਾ ਭੁਲੇਖਾ ਕੱਢ ਦੇ। ਰਾਏ ਬੁਲਾਰ ਕਹਿਣ ਲੱਗਾ, ਸੱਚੇ ਪਾਤਸ਼ਾਹ, ਅੱਛਾ ਜੇ ਮੈਂ ਸਰੀਰ ਨਹੀਂ ਤੇ ਫਿਰ ਮੈਂ ਹੋਰ ਕੀ ਹਾਂ? ਸਤਿਗੁਰੂ ਕਹਿੰਦੇ, ਤੂੰ ਆਪਣੇ ਮਨ ਵਿੱਚ ਸੋਚ ਵਿਚਾਰ ਕਰ, ਤੈਨੂੰ ਪਤਾ ਲੱਗੇਗਾ ਕਿ ਅਸਲੀ ਤੇਰਾ ਸਰੂਪ ਕੀ ਹੈ। ਤਾਂ ਉਸ ਵੇਲੇ ਰਾਏ ਬੁਲਾਰ ਨੇ ਕੁਛ ਪਲ ਸੋਚ ਕੇ ਵਿਚਾਰ ਕੇ ਇਹ ਜਵਾਬ ਦਿੱਤਾ। ਕਹਿਣ ਲੱਗਾ, ਸੱਚੇ ਪਾਤਸ਼ਾਹ, ਤੇ ਮੈਂ ਆਪਣੇ ਆਪ ਨੂੰ ਮੈਂ ਇੰਦਰੀਏ ਸਮਝਦਾ ਹਾਂ। ਜਿਵੇਂ ਮੈਂ ਵੇਖਦਾ ਹਾਂ, ਮੈਂ ਸੁਣਦਾ ਹਾਂ, ਮੈਂ ਬੋਲਦਾ ਹਾਂ।
ਵੇਖਣਾ ਤੇ ਬੋਲਣਾ ਸੁਣਨਾ ਇਹ ਸਾਡੇ ਗਿਆਨ ਇੰਦਰੀਆਂ ਦਾ ਕੰਮ ਹੈ। ਹੁਣ ਅਸੀਂ ਇੱਥੇ ਆ ਕੇ ਰੁਕ ਜਾਂਦੇ ਹਾਂ। ਪਹਿਲਾਂ ਸਮੁੱਚੇ ਸਰੀਰ ਨੂੰ ਹੀ ਆਪਣਾ ਆਪ ਸਮਝਦੇ ਹਾਂ, ਇਸ ਤੋਂ ਅੱਗੇ ਚੱਲ ਕੇ ਇੰਦਰੀਆਂ ਨੂੰ ਆਪਣਾ ਆਪ ਸਮਝਦੇ ਹਾਂ। ਤੀਸਰੇ ਨੰਬਰ ਤੇ ਪ੍ਰਾਣ ਆ ਜਾਂਦੇ ਨੇ। ਪ੍ਰਾਣਾਂ ਦਾ, ਸਵਾਸਾਂ ਦਾ ਸਾਡੇ ਸਰੀਰ ਨਾਲ ਬਹੁਤ ਗੂੜਾ ਸੰਬੰਧ ਹੈ। ਹੁਣ ਵੇਖ ਲਓ, ਜੇ ਸਾਡੇ ਸਰੀਰ ਵਿੱਚ ਸਵਾਸ ਚੱਲਦੇ ਨੇ ਤੇ ਸਾਡਾ ਸਰੀਰ ਜੀਵਤ ਹੈ। ਸਾਸ ਗਏ ਕਾਇਆ ਟਲ ਪਾਏ, ਜਦੋਂ ਸਵਾਸ ਨਿਕਲ ਜਾਂਦੇ ਨੇ ਸਰੀਰ ਉਸੇ ਵੇਲੇ ਮਿੱਟੀ ਦੀ ਢੇਰੀ ਬਣ ਜਾਂਦਾ ਹੈ। ਇਸ ਲਈ ਪ੍ਰਾਣ ਹੀ ਆਤਮਾ ਹੈ। ਸਤਿਗੁਰੂ ਕਹਿਣ ਲੱਗੇ ਨਹੀਂ, ਪ੍ਰਾਣ ਵੀ ਆਤਮਾ ਨਹੀਂ। ਇਹਨੂੰ ਕਿਉਂਕਿ ਸ਼ਬਦ ਦਾ ਦੀਵਾ ਜਗਾ ਕੇ ਗੁਰੂ ਮਹਾਰਾਜ ਇਹਨੂੰ ਆਪਣੇ ਆਪੇ ਦਾ ਗਿਆਨ ਬਖਸ਼ਿਸ਼ ਕਰ ਰਹੇ ਨੇ। ਫਿਰ ਇਹ ਕਹਿਣ ਲੱਗਾ, ਦੱਸੋ ਮਹਾਰਾਜ ਮੈਂ ਹੋਰ ਕੀ ਹਾਂ? ਸਤਿਗੁਰੂ ਕਹਿਣ ਲੱਗੇ, ਇਸ ਤੋਂ ਗਾਂਹ ਸੋਚ। ਕਹਿਣ ਲੱਗਾ, ਇਸ ਤੋਂ ਅਗਾਂਹ ਮਹਾਰਾਜ ਹੁਣ ਮੇਰਾ ਮਨ ਹੈ। ਕਿਉਂਕਿ ਸਰੀਰ ਤੋਂ ਪਰੇ ਇੰਦਰੀਆਂ ਨੇ, ਇੰਦਰੀਆਂ ਤੋਂ ਪਰੇ ਪ੍ਰਾਣ ਨੇ, ਤੇ ਪ੍ਰਾਣਾਂ ਤੋਂ ਅੱਗੇ ਮਨ ਆ ਜਾਂਦਾ ਹੈ। ਮਨ ਸੂਖਮ ਹੈ। ਇਹ ਕਹਿੰਦਾ ਮਹਾਰਾਜ ਮੈਂ ਸੋਚਦਾ ਹਾਂ ਮੈਂ ਆਹ ਕੰਮ ਕਰਨਾ ਹੈ, ਇਸ ਲਈ ਮੈਂ ਆਪਣੇ ਆਪ ਨੂੰ ਮਨ ਹੀ ਸਮਝਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਵੇਂ ਭੌਤਿਕ ਤੱਤਾਂ ਤੋਂ ਸਾਡਾ ਸਰੀਰ ਬਣਿਆ ਹੈ, ਇਸੇ ਤਰ੍ਹਾਂ ਜਿਹੜੇ ਸੂਖਮ ਤੱਤ ਨੇ ਉਹਨਾਂ ਤੋਂ ਸਾਡਾ ਮਨ ਬਣਿਆ ਹੈ। ਇਹ ਵੀ ਤੇਰਾ ਆਤਮਾ ਨਹੀਂ, ਤੇਰਾ ਵਾਸਤਵ ਰੂਪ ਨਹੀਂ ਹੈ। ਫਿਰ ਮਹਾਰਾਜ ਇਸ ਤੋਂ ਅੱਗੇ ਹੋਰ ਕੀ ਹੈ? ਮੈਨੂੰ ਤੇ ਉਸ ਗੱਲ ਦੀ ਸਮਝ ਨਹੀਂ। ਸਤਿਗੁਰੂ ਕਹਿੰਦੇ ਥੋੜਾ ਜਿਹਾ ਹੋਰ ਸੋਚ। ਇਹ ਕਹਿਣ ਲੱਗਾ ਮਹਾਰਾਜ ਇਸ ਤੋਂ ਪਰੇ ਤਾਂ ਹੁਣ ਮੇਰੀ ਬੁੱਧੀ ਹੈ, ਮੇਰੀ ਮਤ ਹੈ, ਔਰ ਇਹ ਜਿਹੜੀ ਮੇਰੀ ਬੁੱਧੀ ਹੈ ਮੈਂ ਇਹਨੂੰ ਆਪਣਾ ਆਤਮਾ ਸਮਝਦਾ ਹਾਂ। ਕਿਉਂਕਿ ਬੁੱਧੀ ਵਿੱਚ ਗਿਆਨ ਹੈ, ਚੇਤਨਾ ਹੈ, ਉਹਦੇ ਵਿੱਚ ਸੋਚਣ ਦੀ ਸ਼ਕਤੀ ਹੈ, ਨਿਰਣਾ ਕਰਨ ਦੀ ਸ਼ਕਤੀ ਹੈ। ਇਹ ਕਹਿਣ ਲੱਗਾ ਮੈਂ ਆਪਣੀ ਬੁੱਧੀ ਨੂੰ ਆਤਮਾ ਸਮਝਦਾ ਹਾਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਮਨ, ਬੁੱਧ, ਚਿੱਤ, ਹੰਕਾਰ, ਇਹ ਚਾਰ ਅੰਤःਕਰਨ ਦੀਆਂ ਬਿਰਤੀਆਂ ਨੇ। ਔਰ ਜਿਹੜਾ ਅੰਤःਕਰਨ ਹੈ ਇਹ ਸੂਖਸ਼ਮ ਸਰੀਰ ਦਾ ਇੱਕ ਭਾਗ ਹੈ। ਯਾਦ ਰੱਖ, ਆਤਮਾ ਇਸ ਤੋਂ ਵੀ ਪਰੇ ਹੈ। ਫਿਰ ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਹੁਣ ਤੇ ਮੈਨੂੰ ਇਸ ਤੋਂ ਅਗਾਂਹ ਪਤਾ ਹੀ ਨਹੀਂ ਅੱਗੇ ਕੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਕਹਿੰਦੇ ਆ ਅਗਿਆਨ। ਤੂੰ ਕਹਿੰਦਾ ਮੈਨੂੰ ਪਤਾ ਨਹੀਂ, ਮੈਨੂੰ ਸਮਝ ਨਹੀਂ, ਇਹੀ ਅਗਿਆਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਇਸ ਤੋਂ ਪਰੇ ਕੀ ਹੈ? ਉਹਦੇ ਬਾਰੇ ਸਤਿਗੁਰੂ ਨੇ ਇਸ ਨੂੰ ਸਮਝਾਇਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਸਤਿਗੁਰੂ ਕਹਿਣ ਲੱਗੇ ਰਾਏ ਬੁਲਾਰ, ਅਸਲੀ ਮੈਂ ਕੌਣ ਹਾਂ? ਮਨੁੱਖ ਦਾ ਅਸਲ ਕੀ ਹੈ? ਸਤਿਗੁਰੂ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ। ਕਿ ਇਹ ਮਨ ਤੇਰਾ ਅਸਲੀ ਜਿਹੜਾ ਰੂਪ ਹੈ ਨਾ, ਉਹ ਜੋਤ ਸਰੂਪ ਅਕਾਲ ਪੁਰਖ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਸ ਜੋਤੀ ਸਰੂਪ ਅਕਾਲ ਪੁਰਖ ਨੇ ਗੁਰੂ ਨਾਨਕ ਸਰੂਪ ਧਾਰਨ ਕੀਤਾ ਸੀ, ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਜੋਤ ਸਰੂਪ ਵਾਹਿਗੁਰੂ ਦਾ ਗਿਆਨ ਲੋਕਾਂ ਨੂੰ ਬਖਸ਼ਿਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਰਾਏ ਬੁਲਾਰ ਨੂੰ ਗਿਆਨ ਪ੍ਰਾਪਤ ਹੋਇਆ। ਜਹ ਕਹਿ ਤਹ ਭਰਪੂਰ, ਸ਼ਬਦ ਦੀਪਕ ਦੀ ਪਾਇਓ, ਜੇ ਸਿੱਖਿਆ ਸੰਗ ਰਹਿਓ, ਤਤ ਹਰ ਚਰਨ ਮਿਲਾਇਓ। ਜਿਨ੍ਹਾਂ ਨੇ ਉਸ ਗਿਆਨ ਦੇ ਸ਼ਬਦ ਦੇ ਤੱਤ ਸਿਧਾਂਤ ਨੂੰ ਗ੍ਰਹਿਣ ਕਰ ਲਿਆ, ਆਪਣੇ ਮਨ ਵਿੱਚ ਵਸਾ ਲਿਆ, ਤੇ ਹਜ਼ੂਰ ਕਹਿੰਦੇ ਉਸ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਸਤਿਗੁਰੂ ਨੇ ਜੋੜ ਦਿੱਤਾ। ਰਾਏ ਬੁਲਾਰ ਤੇ ਸਤਿਗੁਰੂ ਨੇ ਕਿਰਪਾ ਕੀਤੀ, ਐਸਾ ਸ਼ਬਦ ਦਾ ਦੀਵਾ ਜਗਾਇਆ ਜਿਸ ਦੇ ਨਾਲ ਉਸ ਨੂੰ ਆਪਣੇ ਆਪੇ ਦੀ ਸਮਝ ਹੋ ਗਈ। ਉਸ ਨੂੰ ਪਤਾ ਲੱਗ ਗਿਆ ਮੇਰੇ ਅੰਦਰ ਕੀ ਹੈ, ਮੇਰੀ ਆਤਮਾ ਕੀ ਹੈ, ਪਰਮਾਤਮਾ ਦਾ ਸਰੂਪ ਕੀ ਹੈ। ਇਹ ਗੁਰੂ ਦੀ ਕਿਰਪਾ ਦੁਆਰਾ ਹੀ ਐਸਾ ਅਧਿਆਤਮਕ ਗਿਆਨ ਪ੍ਰਾਪਤ ਹੁੰਦਾ ਹੈ।
ਇਸ ਲਈ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਤਿਗੁਰੂ ਦੇ ਪਾਸ ਐਸਾ ਗਿਆਨ ਪ੍ਰਾਪਤ ਕਰਨ ਦੇ ਲਈ ਆਉਂਦੇ ਨੇ। ਜਿਹੜਾ ਗੁਰੂ ਸ਼ਬਦ ਹੈ ਨਾ, ਗੁਰੂ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਗਕਾਰ ਅਸਤ ਅੰਧਕਾਰਾ ਸਿਆਹ ਰਕਾਰ ਅਸਤ ਤਥਾ ਨਿਰੋਧਕ। ਇਹ ਸੰਸਕ੍ਰਿਤ ਦੇ ਲਫ਼ਜ਼ ਨੇ, ਕਿਸੇ ਵਿਦਵਾਨ ਨੇ ਲਿਖਿਆ ਹੈ। ਗੱਗੇ ਅੱਖਰ ਦਾ ਅਰਥ ਹੈ, ਕਿਉਂਕਿ ਗੁਰੂ ਸ਼ਬਦ 2 ਅੱਖਰਾਂ ਤੋਂ ਬਣਿਆ। ਗੱਗੇ ਦਾ ਅੱਖਰ, ਗੱਗੇ ਦਾ ਮਤਲਬ ਹੈ ਹਨੇਰਾ, ਜਿਹੜਾ ਕੁੱਪ ਹਨੇਰਾ ਹੈ, ਤੇ ਰੂਹ ਦਾ ਅਰਥ ਹੈ ਗੁਰੂ, ਰੂਹ ਦਾ ਅਰਥ ਹੈ ਪ੍ਰਕਾਸ਼। ਗੁਰੂ ਉਹ ਹੈ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰ ਦੇਵੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨ ਕਵੀ ਹੋਏ ਨੇ, ਉਹਨਾਂ ਨੇ ਗੁਰੂ ਦਾ ਅਰਥ ਕੀਤਾ ਹੈ ਗੋਤਮ ਨਾਮ ਅਗਿਆਨ ਅਨਿਤ ਰੂਹ ਪ੍ਰਕਾਸ਼ ਕੀਆ ਜਨ ਚਿਤ। ਇਹ ਗੁਰੂ ਦਾ ਅਰਥ ਹੈ। ਗੋ ਦਾ ਅਰਥ ਹੈ ਹਨੇਰਾ, ਵੀ ਜਿਹਨੇ ਹਨੇਰੇ ਵਿੱਚ ਪ੍ਰਕਾਸ਼ ਕਰ ਦਿੱਤਾ ਉਹ ਹੈ ਗੁਰੂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹ ਗਿਆਨ ਦੇ ਸੂਰਜ ਸਨ, ਜਿਨ੍ਹਾਂ ਨੇ ਸਾਡੇ ਮਨੁੱਖੀ ਮਨਾਂ ਦੇ ਹਨੇਰੇ ਨੂੰ ਦੂਰ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦੀ ਆਪ ਸੰਗਤਾਂ ਕਥਾ ਵਿਚਾਰ ਸਰਵਣ ਕਰ ਰਹੇ ਹੋ। ਜਪਜੀ ਸਾਹਿਬ ਬਾਣੀ ਪ੍ਰਧਾਨ ਬਾਣੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਦੱਸੋ, ਸਾਡੀ ਜਿਹੜੀ ਮਤ ਨੂੰ, ਸਾਡੀ ਬੁੱਧੀ ਨੂੰ, ਸਾਡੇ ਮਨ ਨੂੰ, ਸਾਡੇ ਅੰਤःਕਰਨ ਨੂੰ ਮੈਲ ਲੱਗੀ ਹੋਈ ਹੈ, ਉਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਕਿਉਂਕਿ ਜਿਹੜੀ ਬਾਹਰਲੀ ਮੈਲ ਹੈ ਉਹਨੂੰ ਧੋਣ ਦੇ ਲਈ ਮਨੁੱਖ ਨੇ ਬੜੇ ਸਾਧਨ ਅਪਣਾ ਲਏ ਨੇ। ਸਰੀਰ ਦੀ ਮੈਲ ਨੂੰ ਪਾਣੀ ਨਾਲ ਧੋ ਕੇ ਮਨੁੱਖ ਸਾਫ਼ ਕਰ ਲੈਂਦਾ ਹੈ। ਜੇ ਕੋਈ ਬਸਤਰ ਗੰਦਾ ਹੋਵੇ ਉਹਨੂੰ ਸਾਬਣ ਦੇ ਨਾਲ ਧੋ ਕੇ ਸਾਫ਼ ਕਰ ਲਈਦਾ। ਪਰ ਹੁਣ ਗੱਲ ਤਾਂ ਬੁੱਧੀ ਦੀ ਹੈ। ਜਿਹੜੀ ਬੁੱਧੀ ਆ ਉਹ ਸੂਖਮ ਵਸਤੂ ਹੈ, ਜਿਹੜੀ ਉਹਨੂੰ ਮੈਲ ਲੱਗੀ ਉਹ ਵੀ ਸੂਖਮ ਹੈ। ਉਹ ਨਾ ਤਾਂ ਕਿਸੇ ਬਾਹਰਲੇ ਪਾਣੀ ਨੇ ਧੋਣੀ ਹੈ, ਨਾ ਹੀ ਕਿਸੇ ਸਾਬਣ ਨੇ ਧੋਣੀ ਹੈ। ਉਸ ਅੰਦਰਲੀ ਜਿਹੜੀ ਬੁੱਧੀ ਨੂੰ ਮੈਲ ਲੱਗੀ ਹੋਈ ਹੈ ਉਹਨੂੰ ਕਿਵੇਂ ਧੋਤਾ ਜਾਵੇ? ਇੱਕ ਥਾਂ ਤੇ ਸਤਿਗੁਰੂ ਦੇ ਬੜੇ ਪਿਆਰੇ ਬਚਨ ਆਏ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਧੋਵਣ ਪਾਹੋ। ਹਜ਼ੂਰ ਕਹਿੰਦੇ ਨੇ ਸਾਡੇ ਮਨ ਨੂੰ, ਸਾਡੀ ਮਤ ਨੂੰ ਕੇਵਲ ਇਸ ਜਨਮ ਦੀ ਹੀ ਨਹੀਂ, ਪਤਾ ਨਹੀਂ ਕਿੰਨੇ ਜਨਮਾਂ ਜਨਮਾਂ ਦੀ ਇਸ ਨੂੰ ਮੈਲ ਲੱਗੀ ਹੋਈ ਹੈ। ਅਹੰ ਬੁੱਧ ਮਨ ਪੂਰ ਥੰਦਾਈ, ਜਿਹੜੀ ਹੰਕਾਰ ਵਾਲੀ ਬੁੱਧੀ ਹੈ ਨਾ, ਇਹੀ ਮਨ ਨੂੰ ਇਸ ਨੂੰ ਥੰਧਿਆਈ ਵਾਲੀ ਮੈਲ ਲੱਗੀ ਹੋਈ ਹੈ। ਭਾਵ ਸਾਡੀ ਬੁੱਧੀ ਵਿੱਚ ਜਿਹੜਾ ਹੰਕਾਰ ਹੈ, ਹਉਮੈ ਦਾ ਸੰਸਕਾਰ ਹੈ, ਇਹੀ ਸਾਡੀ ਬੁੱਧੀ ਨੂੰ ਮੈਲ ਲੱਗੀ ਹੋਈ ਹੈ। ਜਨਮਾਂ ਜਨਮਾਂ ਦੀ ਸਾਡੇ ਇਸ ਮਨ ਨੂੰ ਤੇ ਸਾਡੀ ਮਤ ਨੂੰ ਮੈਲ ਲੱਗੀ ਹੋਈ ਹੈ, ਔਰ ਇਸ ਦਾ ਰੰਗ ਕਾਲਾ ਸਿਆਹ ਹੋਇਆ ਹੋਇਆ। ਸਤਿਗੁਰੂ ਨੇ ਅੱਗੇ ਦ੍ਰਿਸ਼ਟਾਂਤ ਦਿੱਤਾ ਹੈ, ਖਨਲੀ ਧੋਤੀ ਉਜਲੀ ਨਾ ਹੋਵੇ। ਖਨਲੀ ਦਾ ਅਰਥ ਹੈ ਉਹ ਲੀਰ ਜਿਸ ਦੇ ਨਾਲ ਤੇਲੀ ਕੋਹਲੂ ਨੂੰ ਸਾਫ਼ ਕਰਦਾ। ਜਦੋਂ ਤੇਲੀ ਕੋਹਲੂ ਵਿੱਚ ਤੇਲ ਕੱਢਦਾ ਹੈ ਉਹਦੇ ਵਿੱਚ ਮੈਲ ਵੀ ਹੁੰਦੀ ਹੈ, ਤੇ ਫਿਰ ਉਹ ਲੈ ਕੇ ਇੱਕ ਲੀਰ, ਇੱਕ ਕੱਪੜਾ, ਉਹਦੇ ਨਾਲ ਉਹ ਸਾਰੇ ਕੋਹਲੂ ਨੂੰ ਸਾਫ਼ ਕਰਦਾ, ਉਹਦੀ ਮੈਲ ਨੂੰ ਦੂਰ ਕਰਨ ਦਾ ਯਤਨ ਕਰਦਾ। ਤੇ ਉਹ ਜਿਹੜੀ ਲੀਰ ਹੁੰਦੀ ਹੈ ਨਾ, ਉਹ ਤੇਲ ਦੀ ਮੈਲ ਦੇ ਨਾਲ ਤੇ ਥੰਧਿਆਈ ਦੇ ਨਾਲ ਇੰਨੀ ਗੁੜਚ ਹੋ ਜਾਂਦੀ ਸੀ ਵੀ ਉਹਦੇ ਰੰਗ ਦਾ ਵੀ ਪਤਾ ਨਹੀਂ ਸੀ ਲੱਗਦਾ ਵੀ ਇਹਦਾ ਰੰਗ ਕਿਹੜਾ ਹੈ। ਤੇਲ ਦੀ ਮੈਲ ਤੇ ਤੇਲ ਦੀ ਥੰਧਿਆਈ ਉਸ ਦਾ ਰੰਗ ਰੂਪ ਹੀ ਵਿਗਾੜ ਦਿੰਦੀ ਸੀ। ਸਤਿਗੁਰੂ ਕਹਿਣ ਲੱਗੇ ਜਿਹੜੀ ਉਹ ਖਨਲੀ ਹੈ, ਖਨਲੀ ਧੋਤੀ ਉਜਲੀ ਨਾ ਹੋਵੇ। ਜੇ ਤੇਲ ਦੀ ਮੈਲ ਤੇ ਥੰਧਿਆਈ ਨਾਲ ਭਰੀ ਹੋਈ ਕੋਈ ਲੀਰ ਮਨੁੱਖ ਪਾਣੀ ਨਾਲ ਧੋ ਕੇ ਸਾਫ਼ ਕਰਨਾ ਚਾਹੇ ਕਦੀ ਵੀ ਨਹੀਂ ਹੋ ਸਕਦੀ। ਸਤਿਗੁਰੂ ਕਹਿੰਦੇ ਜੇ ਸੌ ਧੋਵਣ ਪਾਹੇ, ਭਾਵੇਂ ਸੈਂਕੜੇ ਵਾਰ
ਉਸ ਖੰਡਲੀ ਨੂੰ ਕੋਈ ਪਾਣੀ ਵਿੱਚ ਧੋਈ ਜਾਵੇ, ਪਰ ਉਹ ਪਾਣੀ ਨੂੰ ਵੀ ਗੰਦਾ ਕਰੀ ਜਾਵੇਗੀ, ਪਰ ਉਹ ਸਾਫ਼ ਨਹੀਂ ਹੋ ਸਕਦੀ। ਇਹੀ ਹਾਲਤ ਸਾਡੇ ਮਨ ਦੀ ਹੈ। ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ, ਸਾਡੇ ਮਨ ਦੀ ਹਾਲਤ ਕਿਹੋ ਜਿਹੀ ਹੈ। ਪੁਰਾਣੇ ਸਮੇਂ ਦੇ ਵਿੱਚ ਲੋਕ ਸਿੱਧੇ ਸਾਦੇ ਹੁੰਦੇ ਸਨ, ਔਰ ਉਹਨਾਂ ਨੇ ਆਪਣੀ ਪਾਣੀ ਦੀ ਲੋੜ ਪੂਰੀ ਕਰਨ ਵਾਸਤੇ ਆਪਣੇ ਪਿੰਡਾਂ ਦੇ ਵਿੱਚ ਖੂਹ ਲਗਵਾਏ ਹੁੰਦੇ ਸਨ। ਉਹਨਾਂ ਖੂਹਾਂ ਤੋਂ ਪਾਣੀ ਭਰ ਭਰ ਕੇ ਤੇ ਆਪਣੇ ਘਰਾਂ ਨੂੰ ਲੈ ਜਾਂਦੇ ਤੇ ਆਪਣੀਆਂ ਸਾਰੀਆਂ ਲੋੜਾਂ ਪੂਰਨ ਕਰਦੇ। ਔਰ ਕਹਿੰਦੇ ਨੇ ਇੱਕ ਪਿੰਡ ਦੇ ਵਿੱਚ ਇੱਕ ਖੂਹ ਸੀ, ਔਰ ਉਹਦੇ ਵਿੱਚ ਇੱਕ ਬਿੱਲੀ ਡਿੱਗ ਪਈ। ਬਿੱਲੀ ਡਿੱਗ ਕੇ ਖੂਹ ਦੇ ਵਿੱਚ ਮਰਨਾ ਸੀ, ਮਰ ਗਈ। ਤੇ ਸਾਰੇ ਲੋਕ ਉਸ ਖੂਹ ਦਾ ਪਾਣੀ ਵਰਤਦੇ ਸਨ। ਹੌਲੀ ਹੌਲੀ ਬਿੱਲੀ ਦੀ ਸਮੈਲ, ਉਸ ਮਰੀ ਬਿੱਲੀ ਦਾ ਮੁਸ਼ਕ ਪਾਣੀ ਵਿੱਚ ਪੈਦਾ ਹੋਇਆ। ਜਦੋਂ ਵੀ ਲੋਕ ਪਾਣੀ ਕੱਢ ਕੇ ਘਰਾਂ ਨੂੰ ਲਿਜਾਣ ਤੇ ਬੜੇ ਹੈਰਾਨ ਹੋਣ, ਕਹਿੰਦੇ ਵੀ ਪਾਣੀ ਨੂੰ ਕੀ ਹੋ ਗਿਆ, ਇਹਦੇ ਵਿੱਚੋਂ ਤਾਂ ਬੜੀ ਭੈੜੀ ਸਮੈਲ ਆਉਣ ਲੱਗ ਪਈ ਹੈ। ਸਾਰੇ ਪਿੰਡ ਵਿੱਚ ਇਸ ਗੱਲ ਦੀ ਚਰਚਾ ਹੋਈ ਵੀ ਖੂਹ ਦਾ ਪਾਣੀ ਖਰਾਬ ਹੋ ਗਿਆ, ਖੂਹ ਦਾ ਪਾਣੀ ਮੁਸ਼ਕ ਗਿਆ ਹੈ। ਸਿਆਣੇ ਬੰਦੇ ਇਕੱਠੇ ਹੋਏ, ਕਹਿੰਦੇ ਵੀ ਇਹ ਤੇ ਬਹੁਤ ਵੱਡਾ ਮਸਲਾ ਹੈ। ਜੇ ਹੁਣ ਪਾਣੀ ਇਸੇ ਤਰ੍ਹਾਂ ਹੀ ਰਿਹਾ ਤੇ ਅਸੀਂ ਇਸ ਪਾਣੀ ਨੂੰ ਕਿਵੇਂ ਪੀਵਾਂਗੇ, ਪਾਣੀ ਤੋਂ ਬਿਨਾਂ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ। ਇਸ ਲਈ ਇਹਦਾ ਕੋਈ ਨਾ ਕੋਈ ਇੰਤਜ਼ਾਮ ਹੋਣਾ ਚਾਹੀਦਾ। ਕੋਈ ਚੰਗਾ ਸਿਆਣਾ ਆਦਮੀ ਸੀ, ਉਹਦੇ ਕੋਲ ਪਿੰਡ ਦੇ ਬੰਦੇ ਇਕੱਠੇ ਹੋ ਕੇ ਗਏ, ਜਾ ਕੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਸਾਡੇ ਖੂਹ ਦਾ ਪਾਣੀ ਹੋ ਗਿਆ ਖਰਾਬ, ਤੇ ਕਿਰਪਾ ਕਰੋ ਤੁਸੀਂ ਹੁਣ ਦੱਸੋ ਕਿਵੇਂ ਸਾਫ਼ ਹੋ ਸਕਦਾ ਹੈ। ਉਹ ਸਿਆਣੇ ਬੰਦੇ ਨੇ ਸੋਚਿਆ ਵੀ ਹੋ ਸਕਦਾ ਹੈ ਕੋਈ ਚੀਜ਼ ਉਹਦੇ ਵਿੱਚ ਡਿੱਗੀ ਹੋਵੇ, ਤੇ ਕਹਿਣ ਲੱਗਾ ਤੁਸੀਂ ਐਂ ਕਰੋ ਬਈ 100 ਡੋਲ ਪਾਣੀ ਦਾ ਬਾਹਰ ਕੱਢ ਕੇ ਡੋਲ ਦਿਓ। ਪਾਣੀ ਸਾਫ਼ ਕਰਨ ਦਾ ਆਮ ਤਰੀਕਾ ਤਾਂ ਇਹੀ ਹੁੰਦਾ, ਜੇ ਪਾਣੀ ਮੁਸ਼ਕ ਗਿਆ ਹੋਵੇ ਉਤਲਾ ਪਾਣੀ ਕੱਢ ਕੇ ਬਾਹਰ ਕੱਢ ਦਿਓ। ਔਰ ਉਹਨਾਂ ਨੇ 100 ਡੋਲ ਪਾਣੀ ਦਾ ਕੱਢਿਆ, ਫੇਰ ਚਲੇ ਗਏ। ਕਹਿੰਦੇ ਮਹਾਰਾਜ ਪਾਣੀ ਦਾ ਮੁਸ਼ਕ ਤੇ ਹਾਲੇ ਵੀ ਨਹੀਂ ਗਿਆ। ਉਹ ਸਿਆਣਾ ਬੰਦਾ ਕਹਿੰਦਾ ਫਿਰ 200 ਡੋਲ ਹੋਰ ਕੱਢ ਦਿਓ। 200 ਡੋਲ ਹੋਰ ਕੱਢ ਦਿੱਤਾ। ਜਦੋਂ 200 ਡੋਲ ਬਾਹਰ ਕੱਢਿਆ ਤੇ ਪਾਣੀ ਫਿਰ ਵੀ ਨਾ ਠੀਕ ਹੋਇਆ, ਫੇਰ ਚਲੇ ਗਏ। ਉਹ ਕਹਿਣ ਲੱਗਾ 500 ਡੋਲ ਹੋਰ ਕੱਢ ਦਿਓ। ਉਹਨਾਂ ਨੇ 500 ਡੋਲ ਬਾਹਰ ਕੱਢਿਆ ਤੇ ਪਾਣੀ ਦੇ ਵਿੱਚੋਂ ਮੁਸ਼ਕ ਫਿਰ ਉਸੇ ਤਰ੍ਹਾਂ ਆਈ ਜਾਵੇ। ਉਹ ਬੰਦਾ, ਸਿਆਣਾ ਬੰਦਾ, ਬੜਾ ਹੈਰਾਨ ਹੋਇਆ ਵੀ ਹੁਣ ਜੇ ਪਾਣੀ ਖਰਾਬ ਸੀ, ਇੰਨਾ ਪਾਣੀ ਨਿਕਲ ਗਿਆ ਹੈ ਤੇ ਹਾਲੇ ਵੀ ਪਾਣੀ ਕਹਿੰਦੇ ਠੀਕ ਨਹੀਂ ਹੋਇਆ, ਇਹਦਾ ਕਾਰਨ ਕੀ ਹੈ, ਚਲੋ ਜਾ ਕੇ ਵੇਖੀਏ। ਉਹ ਬੰਦਾ ਆਪ ਚੱਲ ਕੇ ਆਇਆ ਤੇ ਉਸਨੇ ਜਾ ਕੇ ਜਦੋਂ ਖੂਹ ਦੇ ਵਿੱਚ ਨਿਗਾਹ ਮਾਰੀ ਤਾਂ ਉਹਦੇ ਵਿੱਚ ਮਰੀ ਬਿੱਲੀ ਉਵੇਂ ਤਰੀ ਜਾਵੇ। ਲੋਕ ਪਾਣੀ ਕੱਢੀ ਗਏ, ਪਰ ਮਰੀ ਬਿੱਲੀ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਹੁਣ ਪਾਣੀ ਕਿਵੇਂ ਠੀਕ ਹੋਵੇ, ਮਰੀ ਬਿੱਲੀ ਤਾਂ ਖੂਹ ਦੇ ਵਿੱਚ ਪਈ ਹੋਈ ਹੈ। ਆਖੀਰ ਉਸਨੇ ਆਪਣੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗਾ ਤੁਸੀਂ ਲੋਕ ਵਾਕਿਆ ਹੀ ਭੋਲੇ ਹੋ, ਤੁਹਾਨੂੰ ਇਸ ਗੱਲ ਦਾ ਪਤਾ ਨਹੀਂ, ਨਾ ਤੁਸੀਂ ਮੈਨੂੰ ਦੱਸਿਆ ਬਈ ਖੂਹ ਦੇ ਵਿੱਚ ਬਿੱਲੀ ਮਰੀ ਪਈ ਹੈ। ਜੇ ਤੁਸੀਂ ਮੈਨੂੰ ਇਹ ਗੱਲ ਦੱਸਦੇ, ਮੈਂ ਤੁਹਾਨੂੰ ਇਹ ਤਜਵੀਜ਼ ਦੱਸਦਾ ਬਈ ਪਹਿਲਾਂ ਮਰੀ ਬਿੱਲੀ ਨੂੰ ਬਾਹਰ ਕੱਢੋ, ਫਿਰ ਪਾਣੀ ਦੇ ਡੋਲ ਕੱਢੋ, ਫਿਰ ਪਾਣੀ ਆਪਣੇ ਆਪ ਹੀ ਸਾਫ਼ ਹੋ ਜਾਣਾ ਸੀ। ਅੱਛਾ, ਹੁਣ ਜੋ ਕੁਝ ਹੋਇਆ ਸੋ ਹੋਇਆ, ਹੁਣ ਇਉਂ ਕਰੋ ਪਹਿਲਾਂ ਇਸ ਮਰੀ ਬਿੱਲੀ ਨੂੰ ਬਾਹਰ ਕੱਢੋ। ਔਰ ਉਹਨਾਂ ਨੇ ਮਰੀ ਬਿੱਲੀ ਨੂੰ ਬਾਹਰ ਕੱਢਿਆ। ਉਹ ਕਹਿੰਦਾ ਲਓ ਹੁਣ ਕਹਿੰਦੇ 200 ਡੋਲ ਪਾਣੀ ਦਾ ਹੋਰ ਕੱਢ ਦਿਓ। ਉਹ ਜਦੋਂ ਮਰੀ ਬਿੱਲੀ ਬਾਹਰ ਨਿਕਲ ਗਈ, ਥੋੜਾ ਜਿਹਾ ਪਾਣੀ ਬਾਹਰ ਕੱਢਿਆ ਤੇ ਪਾਣੀ ਆਪਣੇ ਆਪ ਹੀ ਸਾਫ਼ ਹੋ ਗਿਆ।